ਹੈਲੋ ਸਟੂਡੈਂਟਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਸੋ ਅੱਜ ਮੈਂ ਤੁਹਾਨੂੰ ਕਿਊ ਕਾਰਡ ਟੌਪਿਕ ਕਰਵਾਉਣ ਜਾ ਰਹੀ ਹਾਂ ਜੋ ਫਾਈਨਲ ਵਰਜ਼ਨ ਦੇ ਵਿੱਚ ਐਡ ਹੋਇਆ ਸੀ, ਚੇਂਜ ਹੋ ਕੇ ਸੈਕਿੰਡ ਕਿਊ ਕਾਰਡ। ਸੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਆਪਣਾ ਜਿਹੜਾ PDF ਹੈ ਰੈਡੀ ਹੋ ਚੁੱਕਿਆ ਹੈ, ਫਾਈਨਲ ਵਰਜ਼ਨ, ਠੀਕ ਹੈ, ਜਿਸ ਦੇ ਵਿੱਚ ਨਿਊ 40 ਕਿਊ ਕਾਰਡ ਨੇ। ਇਸ ਤੋਂ ਇਲਾਵਾ ਹੋਰ ਵੀ ਕਿਊ ਕਾਰਡ ਨੇ, ਮਤਲਬ ਕਿ 100+ ਕਿਊ ਕਾਰਡ ਨੇ ਇੱਕ ਬੁੱਕ ਦੇ ਵਿੱਚ। ਉਸ ਦੇ ਵਿੱਚ ਅਲੱਗ ਤੋਂ ਵਕੈਬ ਦੇ ਮੀਨਿੰਗ ਪਲੱਸ ਈਡੀਅਮ ਦੇ ਮੀਨਿੰਗ, ਈਡੀਅਮਸ ਵੀ ਐਡ ਕੀਤੇ ਗਏ ਨੇ ਐਂਡ ਉਸ ਤੋਂ ਇਲਾਵਾ ਫੋਲੋਅਪਸ ਕੁਐਸਚਨ ਵੀ ਐਡ ਕੀਤੇ ਗਏ ਨੇ। ਸੋ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੋਊਗੀ ਇਹ ਬੁੱਕ, ਕਿਉਂਕਿ ਐਗਜ਼ਾਮ ਦੇ ਵਿੱਚ ਹੁਣ ਇਹੀ ਟੌਪਿਕਸ ਪੁੱਛੇ ਜਾ ਰਹੇ ਆ। ਸੋ ਜੇ ਤੁਸੀਂ ਇਹ ਬੁੱਕ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ englishwithroop.com ਵੈਬਸਾਈਟ ਤੋਂ ਤੁਸੀਂ ਇਹ ਬੁੱਕ ਬਾਏ ਕਰ ਸਕਦੇ ਹੋ, ਠੀਕ ਹੈ ਜੀ। ਐਂਡ ਤੁਹਾਨੂੰ ਅਗਰ ਕੋਈ ਵੀ ਇਨਕੁਆਇਰੀ ਆ ਤਾਂ ਤੁਸੀਂ ਜਿਹੜਾ ਗਿਵਨ ਨੰਬਰ ਹੁੰਦਾ ਹੈ ਉਸ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਸਟਾਰਟ ਕਰਦੇ ਹਾਂ ਜੀ ਅੱਜ ਦੀ ਕਲਾਸ। ਸੈਕਿੰਡ ਟੌਪਿਕ ਹੈ ਜੀ ਡਿਸਕ੍ਰਾਈਬ ਸਮਥਿੰਗ ਯੂ ਡਿਡ that made you feel proud। ਕੋਈ ਇੱਦਾਂ ਦੀ ਲਾਈਕ ਤੁਸੀਂ ਕੁਛ ਕੀਤਾ ਸੀ, ਕੋਈ ਐਕਟੀਵਿਟੀ ਕੀਤੀ ਸੀ ਜਿਹਦੇ ਨਾਲ ਤੁਹਾਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਹੋਇਆ ਸੀ। ਸੋ ਕਹਿੰਦੇ ਵਟ ਇਟ ਵਾਜ਼, ਉਹ ਕੀ ਸੀ, ਹਾਊ ਯੂ ਡਿਡ ਇਟ, ਕਿਵੇਂ ਕੀਤੀ, ਵਟ ਡਿਫੀਕਲਟੀ ਯੂ ਹੈਡ, ਤੁਹਾਨੂੰ ਕਿੱਦਾਂ ਦੀ ਡਿਫੀਕਲਟੀ ਫੇਸ ਹੋਈ, ਹਾਊ ਯੂ ਡੈਲਟ ਵਿਦ ਦਿਸ ਪ੍ਰੋਬਲਮ, ਤੁਸੀਂ ਉਸ ਪ੍ਰੋਬਲਮ ਨਾਲ ਕਿਵੇਂ ਡੀਲ ਕੀਤਾ, ਐਂਡ ਐਕਸਪਲੇਨ ਵਾਈ ਯੂ ਫੈਲਟ ਪ੍ਰਾਊਡ ਆਫ ਇਟ, ਤੇ ਤੁਹਾਨੂੰ ਕਿਉਂ ਪ੍ਰਾਊਡ ਫੀਲ ਹੋਇਆ। ਸੋ ਸਭ ਤੋਂ ਪਹਿਲਾਂ ਆਪਾਂ ਕਵਰ ਕਰਾਂਗੇ ਜੀ ਵਕੈਬ ਪਲੱਸ ਈਡੀਅਮ। ਸੋ ਫਸਟ ਹੈ ਅਨਫੋਰਚੂਨੇਟਲੀ। ਅਨਫੋਰਚੂਨੇਟਲੀ ਦਾ ਮਤਲਬ ਕੀ ਹੁੰਦਾ ਜੀ, ਬੈਡਲੀ, ਮਤਲਬ ਕਿ ਕੋਈ ਸਿਚੁਏਸ਼ਨ ਬੈਡ ਰਹੀ ਹੋਵੇ। ਇੰਪੈਰੇਟਿਵ ਕੀ ਹੁੰਦਾ, ਇੰਪੋਰਟੈਂਟ। ਅਪਹਿਲ ਬੈਟਲ, ਇਹ ਇੱਕ ਈਡੀਅਮ ਹੈ ਨਾ। ਸੋ ਆ ਡਿਫਿਕਲਟ ਟਾਸਕ ਜਾਂ ਫਿਰ ਚੈਲੰਜਿੰਗ ਟਾਸਕ ਦੇ ਲਈ ਯੂਜ਼ ਕਰਦੇ ਆ। ਓਸ਼ਨ ਆਫ ਇਨਫੋਰਮੇਸ਼ਨ ਜਾਂ ਓਸ਼ਨ ਆਫ ਨੌਲੇਜ, ਬਲਕਿ ਅਲੌਟ ਆਫ ਨੌਲੇਜ। ਨੈਕਸਟ ਹੈ ਕੈਟ ਔਨ ਹੌਟ ਬ੍ਰਿਕਸ, ਮਤਲਬ ਕਿ ਸਮਵਨ ਹੂ ਇਜ਼ ਇਨ ਅ ਸਟੇਟ ਆਫ ਐਕਸਟ੍ਰੀਮ ਨਰਵਸ ਔਰ ਵਰੀ। ਸੋ ਕੈਟ ਔਨ ਹੌਟ ਬ੍ਰਿਕਸ ਇੱਕ ਈਡੀਅਮ ਹੈ, ਇਹਦਾ ਮਤਲਬ ਵੀ ਬਹੁਤ ਹੀ ਜ਼ਿਆਦਾ ਨਰਵਸਨੈਸ ਸਿਚੁਏਸ਼ਨ 'ਚ ਹੋਣਾ। ਰੈਮੀਡੀਜ਼ ਕੀ ਹੁੰਦੀਆਂ, ਸੋਲਿਊਸ਼ਨਸ, ਮਿਟੀਗੇਟ ਕਰਨਾ, ਰਿਡਿਊਸ ਕਰਨਾ। ਸਾਈ ਆਫ ਰਿਲੀਫ ਅਗੇਨ ਇੱਕ ਈਡੀਅਮ ਹੈ, ਮਤਲਬ ਸੁੱਖ ਦਾ ਸਾਹ ਲੈਣਾ, ਟੂ ਫੀਲ ਰਿਲੀਵਡ। ਵਾਕਿੰਗ ਇਨ ਦਾ ਏਅਰ ਅਗੇਨ ਇੱਕ ਈਡੀਅਮ ਹੈ, ਇਹਦਾ ਮੀਨਿੰਗ ਹੁੰਦਾ ਅ ਵੈਰੀ ਹੈਪੀ ਮੂਮੈਂਟ। ਸੋ ਆਪਾਂ ਹੁਣ ਇਹ ਕਿਊ ਕਾਰਡ ਦੇ ਵਿੱਚ ਜਿਹੜੇ ਈਡੀਅਮਸ ਯੂਜ਼ ਕੀਤੇ ਆ ਤੇ ਜਿਹੜੀ ਵਕੈਬ ਯੂਜ਼ ਕੀਤੀ ਆ ਉਹਦੇ ਤੁਹਾਨੂੰ ਮੀਨਿੰਗ ਕਲੀਅਰ ਕੀਤੇ ਆ। ਹੁਣ ਇਸ ਤੋਂ ਬਾਅਦ ਆਪਾਂ ਹੁਣ ਇਸ ਕਿਊ ਕਾਰਡ ਟੌਪਿਕ ਦੀ ਸਟਾਰਟਿੰਗ ਕਰਾਂਗੇ। ਡਿਫਰੈਂਟ ਪੀਪਲ ਫੀਲ ਪ੍ਰਾਊਡ ਆਫ ਦੈਮਸੈਲਵ ਵੈਨ ਦੇ ਅਚੀਵ ਸਮਥਿੰਗ ਇਨ ਦੇਅਰ ਲਾਈਫ ਐਜ਼ ਇਟ ਇਜ਼ ਅ ਫੀਲਿੰਗ ਵਿਚ ਗਿਵਜ਼ ਅ ਸੈਂਸ ਆਫ ਅਕੰਪਲਿਸ਼ਮੈਂਟ। ਸੋ ਬਹੁਤ ਸਾਰੇ ਲੋਕ ਕਹਿੰਦੇ ਡਿਫਰੈਂਟ ਪੀਪਲ ਪ੍ਰਾਊਡ ਫੀਲ ਕਰਦੇ ਨੇ ਜਦੋਂ ਉਹ ਕੁਛ ਅਚੀਵ ਕਰਦੇ ਨੇ, ਕੁਛ ਅਕੰਪਲਿਸ਼ ਕਰਦੇ ਨੇ। ਕਹਿੰਦੇ ਸੋ ਹੇਅਰਸ ਆਈ ਐਮ ਗੋਇੰਗ ਟੂ ਸ਼ੈਡ ਸਮ ਲਾਈਟ ਔਨ ਅ ਟਾਈਮ ਵੈਨ ਆਈ ਫੈਲਟ ਪ੍ਰਾਊਡ ਆਫ ਮਾਈ ਸੈਲਫ। ਸੋ ਇੱਥੇ ਮੈਂ ਆਪਣੀ ਸਿਚੁਏਸ਼ਨ ਦੱਸਣ ਲੱਗੀ ਹਾਂ ਜਦੋਂ ਮੈਨੂੰ ਆਪਣੇ ਆਪ 'ਤੇ ਪ੍ਰਾਊਡ ਫੀਲ ਹੋਇਆ। I vividly remember when I was in my school. At that time a youth festival was held by my school in which students participated in different competitions in which they had an interest. So ਅਲੱਗ-ਅਲੱਗ competition ਰੱਖੇ ਗਏ ਸੀ ਜਿਨ੍ਹਾਂ ਦਾ ਲਾਈਕ ਸਟੂਡੈਂਟਸ ਦਾ ਜਿਹਦੇ ਵਿੱਚ ਇੰਟਰਸਟ ਸੀ, ਹੈ ਨਾ। ਸੋ ਉਹਦੇ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਕੀਤਾ। ਬਟ I did not want to take part in any competition as I wanted to enjoy that day with a free mind। ਪਰ ਮੈਂ ਕਹਿੰਦੇ ਉਸ 'ਚ ਹਿੱਸਾ ਨਹੀਂ ਸੀ ਲੈਣਾ ਚਾਹੁੰਦਾ ਕਿਉਂਕਿ ਮੈਂ ਫਰੀ ਮਾਈਂਡ ਦੇ ਨਾਲ ਉਹ ਸਾਰਾ ਕੁਛ ਇੰਜੋਏ ਕਰਨਾ ਚਾਹੁੰਦਾ ਸੀ। ਬਟ ਅਨਫੋਰਚੂਨੇਟਲੀ ਕਹਿੰਦੇ ਕੀ ਹੋਇਆ, ਡਿਊਰਿੰਗ ਦੈਟ ਇਵੈਂਟ ਮਾਈ ਟੀਚਰ ਕੇਮ ਟੂ ਮੀ ਐਂਡ ਰਿਕੁਐਸਟਡ ਮੀ ਟੂ ਗਿਵ ਅ ਸਪੀਚ। ਸੋ ਮੇਰੇ ਟੀਚਰ ਮੇਰੇ ਕੋਲ ਆਏ ਅਤੇ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਤੁਸੀਂ ਸਪੀਚ ਦੇਣੀ ਹੈ। ਫਸਟਲੀ ਕਹਿੰਦੇ ਆਈ ਵਾਜ਼ ਸ਼ੌਕਡ, ਪਹਿਲਾਂ ਤਾਂ ਮੈਨੂੰ ਬਹੁਤ ਸ਼ੌਕ ਲੱਗਿਆ। ਬਟ ਵੈਨ ਮਾਈ ਟੀਚਰ ਟੋਲਡ ਮੀ ਦੈਟ the student who prepared the speech was unable to attend that festival because he was unwell। ਸੋ ਕਹਿੰਦੇ ਮੇਰੇ ਟੀਚਰ ਨੇ ਮੈਨੂੰ ਦੱਸਿਆ ਵੀ ਜਿਹੜੇ ਸਟੂਡੈਂਟ ਨੇ ਇਹ ਸਪੀਚ ਦੇਣੀ ਸੀ ਉਹ ਕਹਿੰਦੇ ਕੀ ਹੈ ਵੀ ਅਨਵੈਲ ਹੈ, ਇਸ ਕਰਕੇ ਉਹ ਇਹ ਫੈਸਟੀਵਲ ਅਟੈਂਡ ਨਹੀਂ ਕਰ ਸਕਦਾ। ਟੂ ਬੀ ਓਨੈਸਟ I was not prepared for that, ਮੈਂ ਪ੍ਰਪੇਅਰ ਨਹੀਂ ਸੀ। ਬਟ I felt that my teacher showed a trust in me, ਹੈ ਨਾ। ਸੋ ਕਹਿੰਦੇ ਪਰ ਮੈਨੂੰ ਇਹ ਚੀਜ਼ ਫੀਲ ਹੋਈ ਕਿ ਮੇਰੇ ਟੀਚਰ ਨੇ ਮੇਰੇ 'ਤੇ ਟਰਸਟ ਕੀਤਾ ਹੈ ਤਾਂ ਹੀ ਉਹ ਮੇਰੇ ਕੋਲ ਆਏ ਨੇ। ਸੋ immediately I said yes to my teacher, but I was really nervous at that time because it was the first time when I had to speak in front of many people। ਸੋ ਪਰ ਇਹ ਕਹਿੰਦੇ ਮੈਂ ਕਾਫੀ ਨਰਵਸ ਵੀ ਸੀ। ਇਹ ਮੇਰਾ ਪਹਿਲਾ ਟਾਈਮ ਸੀ ਜਦੋਂ ਲਾਈਕ ਮੈਂ ਫਸਟ ਵਾਰੀ ਸੀ ਜਦੋਂ ਮੈਂ ਸਪੀਚ ਦੇਣੀ ਸੀ ਸਾਰਿਆਂ ਦੇ ਸਾਹਮਣੇ। I was confused while choosing a topic for my speech, but one of my friends suggested I give a speech on environment। So ਕਹਿੰਦੇ ਮੈਂ ਕਨਫਿਊਜ਼ ਸੀ ਬਟ ਮੇਰੇ ਫਰੈਂਡ ਨੇ ਮੈਨੂੰ ਲਾਈਕ ਦੱਸਿਆ, ਠੀਕ ਹੈ, ਇੱਕ ਫਰੈਂਡ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਜਿਹੜਾ ਟੌਪਿਕ ਹੈ ਇਨਵਾਇਰਮੈਂਟ ਚੂਜ਼ ਕਰ ਲਓ
I started making notes of imperative points, but the most uphill battle for me was to prepare a speech within 30 minutes. So कहंदे मैं start कीते like notes बनाने start करते, पर सब तो difficult task की सी भी 3 मिनट च सारा कुछ prepare करना. I was like a cat on hot bricks. So मैं कहंदे बहुत ही ज़्यादा nervous सी. Suddenly an idea clicked in my mind. I took the help of the internet, which is an ocean of information. Also my teacher gave helping hand to me. So कहंदे उस तो बाद मेरे माइंड 'च एक आइडिया आया, मैं इन्फॉर्मेशन इंटरनेट तो लई, उस तो इलावा मेरे टीचर ने भी मेरी हेल्प की. Finally, I completed the speech and my name was announced by my teacher. When I went on the stage, my legs were shivering. So ਲੱਤਾਂ ਕਹਿੰਦੇ ਮੇਰੀਆਂ ਬਹੁਤ ਕੰਬ ਰਹੀਆਂ ਸੀ due to nervousness, but my friends and teachers boosted my confidence. ਮੇਰੇ teachers ਨੇ, ਮੇਰੇ friends ਨੇ ਮੇਰੀ ਬਹੁਤ ਜ਼ਿਆਦਾ like ਹੌਸਲਾ ਅਫਜ਼ਾਈ ਕੀਤੀ, encouragement ਦਿੱਤੀ. Hence, I started my speech. Initially, I described different types of factors that are leading to different pollution like soil, air and water. Along with that, I mentioned certain remedies to mitigate environmental issues. Finally, I finished my speech and the audience clapped for me. At that moment, I took a sigh of relief. So कहने मेरी जो complete होगी speech, सारे ने clapping की ते उस तो बाद कहने मैंने सुख दा साह आया. After that speech, I was walking in the air. मैं बहुत खुश होया as it was a memorable moment for me by which I overcame my fear of communication in front excessive number of people. So मैं अपना ਜਿਹੜਾ ਕਹਿੰਦੇ ਫੋਬੀਆ ਸੀ ਜਾਂ ਜਿਹੜਾ ਫੀਅਰ ਸੀ ਉਹਨੂੰ ਓਵਰਕੇਮ ਕਰ ਲਿਆ ਸੀਗਾ ਕਿਉਂਕਿ ਮੈਂ ਇੰਨੇ ਸਾਹਮਣੇ ਲਾਈਕ ਸਪੀਚ ਦਿੱਤੀ ਸੀਗੀ. Not only me but my teachers felt proud of me and gave blessing to me. So to cut a long story short, it was a time when I felt proud of myself. So ਇਹ ਉਹ ਸਮਾਂ ਸੀ ਜਦੋਂ ਕਹਿੰਦੇ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਇਆ. सो हुण आपां स्टार्ट करते हैं जी फॉलोअप्स क्वेश्चन. अगेन मैं तुहानूं दस दिंदी हां कि जिहड़ी ये PDF है न्यूली PDF हुण आई है जी May to August फाइनल वर्जन. सो ये पार्ट 1 के काफ़ी सारे टॉपिक ऐड होए ने, ठीक है. उस तो इलावा 40 क्यू कार्ड ने, ठीक है. सो जिहड़ी मैं हुण बुक रेडी की है उहदे विच 100+ क्यू कार्ड टॉपिक ने, 40 न्यू ने, ते जिहड़े हुण टॉपिक पार्ट 1 के ऐड होए ने वो भी सारे ऐड किए गए ने, ठीक है. इस दे विच ईडीएम वकैब फॉलोअप्स पाए गए ने. सो जो भी स्टूडेंट इंटरस्टिड ने वो इस बुक नूं बाय कर सकते हैं englishwithroop.com वैबसाइट तो. सो जी हुण फॉलोअप्स क्वेश्चन देखते हैं. कहते विच वन इज़ मोर इंपॉर्टेंट, पर्सनल गोल्स और वर्क गोल्स, की ज़्यादा इंपॉर्टेंट है? Both personal goals and work goals can be important depending on individual priorities and values. So depend करता है preference दे उत्ते. Personal goals often contribute to overall happiness and fulfillment, while work goals may lead to professional success and advancement. सो दोनों का डिफरेंस दसदा. पहला आप दसदा भी दोनों इंपॉर्टेंट ने, फिर आप कहता भी इंडिविजुअल ते डिपेंड करता है, फिर आपने दोनों का अलग अलग बेनिफिट दसदा. सैकेंड क्वेश्चन है हैव योर लाइफ गोल्स चेंज सिंस योर चाइल्डहुड. सो कहते कि तुहाडे लाइफ गोल चेंज हो गए ने भी ਜਿਹੜੇ ਤੁਸੀਂ ਪਹਿਲਾਂ ਬਚਪਨ 'ਚ ਸੋਚਦੇ ਸੀ ਐਜ਼ ਕੰਪੇਅਰ ਟੂ ਹੁਣ. ਯੈਸ, ਲਾਈਫ ਗੋਲਸ ਆਫਨ ਚੇਂਜ ਐਜ਼ ਇੰਡੀਵਿਜੂਅਲਸ ਗਰੋ ਐਂਡ ਗੇਨ ਨਿਊ ਐਕਸਪੀਰੀਅੰਸਿਸ. ਡੈਫੀਨੇਟਲੀ ਚੇਂਜ ਹੁੰਦੇ ਨੇ ਜਿਵੇਂ ਜਿਵੇਂ ਆਪਾਂ ਗਰੋ ਹੁੰਦੇ ਆ, ਵੱਡੇ ਹੁੰਦੇ ਆ, ਆਪਣੇ ਗੋਲ ਚੇਂਜ ਹੁੰਦੇ ਆ. ਵਾਈਲ ਸਮ ਚਾਈਲਡਹੁਡ ਐਸਪੀਰੇਸ਼ਨਸ ਮੇ ਰਿਮੇਨ ਕੰਸਿਸਟੈਂਟ. ਕੁਛ ਕੁ ਕਹਿੰਦੇ ਸੇਮ ਰਹਿ ਜਾਂਦੇ ਆ, ਅਦਰਸ ਮੇ ਇਨਵੋਲਵ ਬੇਸਡ ਔਨ ਚੇਂਜਿੰਗ ਇੰਟਰਸਟ, ਵੈਲਿਊਜ਼ ਐਂਡ ਸਰਕਮਸਟੈਂਸਿਸ. ਤੇ ਕੁਛ ਕਹਿੰਦੇ ਚੇਂਜ ਹੋ ਜਾਂਦੇ ਆ ਅਕੋਰਡਿੰਗ ਟੂ ਇੰਟਰਸਟ, ਅਕੋਰਡਿੰਗ ਟੂ ਸਿਚੁਏਸ਼ਨਸ. थर्ड क्वेश्चन है डज एवरीवन सैट गोल्स फॉर दैमसेल्व्स. सो कहते हरेक नूं करने चाहिए भी, हरेक सैट करते हैं. नॉट एवरीवन आप कहांगे, नॉट एवरीवन सैट्स एक्सप्लिसिट गोल्स फॉर दैमसेल्व्स. कई लोग तो अपने गोल ही नहीं सैट करते. सो बट मैनी पीपल डू सो एज अ वे टू अचीव पर्सनल ग्रोथ, सक्सैस और फुलफिलमेंट. कहते हरेक नहीं करते बट majority ऑफ करते हैं, ठीक है. गोल्स कैन प्रोवाइड डायरेक्शन, क्योंकि गोल्स की है डायरेक्शन प्रोवाइड करते हैं एंड मोटिवेशन इन वेरियस एस्पेक्ट्स ऑफ लाइफ. बट इंडिविजुअल्स मे अप्रोच गोल सेटिंग डिफरेंटली बेस्ड ऑन देयर पर्सनैलिटीज़, वैल्यूज़ एंड लाइफ सर्कमस्टांसिस. सो कहते लाइक मोटिवेशन मिलती है, डायरेक्शन मिलती है, पर जोड़े लोग ने वो अपने गोल्स अकॉर्डिंग टू डिफरेंट कहते बेस्ड करते हैं. लाइक अलग अलग पर्सनैलिटीज़, अलग अलग वैल्यूज़ मैटर करते हैं, सिचुएशनस मैटर करते हैं. सो ਉਹਦੇ अकॉर्डिंग सैट करते हैं. नैक्सट क्वेश्चन है फोर्थ, वट काइंड ऑफ रिवॉर्ड्स आर इंपॉर्टेंट एट वर्क. वर्क ਦੇ ਵਿੱਚ ਕਿੱਦਾਂ ਦੇ ਰਿਵਾਰਡਸ ਕਹਿੰਦੇ ਕੀ ਨੇ, ਇੰਪੋਰਟੈਂਟ ਨੇ. ਰਿਵਾਰਡਸ ਮਤਲਬ ਕਿ ਕਿੱਦਾਂ ਦੇ ਇਨਾਮ ਦਿੱਤੇ ਜਾਣ. ਕਹਿੰਦੇ ਇੰਪੋਰਟੈਂਟ ਰਿਵਾਰਡਸ ਐਟ ਵਰਕ ਇਨਕਲੂਡ ਰੈਕਗਨੀਸ਼ਨ, ਪਹਿਚਾਣ ਦਿੱਤੀ ਜਾਵੇ, ਓਪਰਚੁਨਿਟੀਜ਼ ਫॉर ग्रोथ एंड एडवांसमेंट,
a sense of accomplishment and a positive work environment. So ਇਹ ਸਾਰਾ ਕੁਝ ਕਹਿੰਦੇ at work provide ਕੀਤਾ ਜਾਵੇ. These rewards can contribute to job satisfaction and overall well-being. So ਇਹਦੇ ਨਾਲ job satisfaction ਮਿਲੂਗੀ, overall well-being ਹੋਏਗਾ, ਵਧੀਆ feel ਕਰਨਗੇ ਜਿਹੜੇ employees ਹੋਣਗੇ. Next, do you think material rewards are more important than other rewards at work? Material ਜਿਵੇਂ ਕੋਈ ਪ੍ਰੋਡਕਟਸ ਦੇਤੇ ਹੈ ਨਾ, ਪੈਸੇ ਦੇਤੇ, ਕਹਿੰਦੇ ਉਹ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੇ ਅਕੋਰਡਿੰਗ ਜਾਂ ਅਦਰ ਰਿਵਾਰਡਸ? Material rewards such as salary increases or bonuses are important for financial security and stability, but other rewards such as recognition, personal development opportunities, and supportive work culture can also be crucial for job satisfaction and motivation. So, ਉਹ financially important ਨੇ, ਇਹ motivation ਦੇ ਲਈ important ਨੇ. So, ਆਪਾਂ ਦੋਨੇ ਦੱਸ ਦਿੱਤੇ. Next question ਹੈ ਕਹਿੰਦੇ what makes people proud of themselves? ਕਿਹੜੀ ਚੀਜ਼ ਕਹਿੰਦੇ ਲੋਕਾਂ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਾਉਂਦੀ ਹੈ? ਸੋ ਪੀਪਲ ਆਫਨ ਫੀਲ ਪ੍ਰਾਊਡ ਆਫ ਦੈਮਸੈਲਫ ਵੈਨ ਦੇ ਅਕੰਪਲਿਸ਼ ਦੇਅਰ ਗੋਲਸ, ਜਦੋਂ ਆਪਣੇ ਗੋਲਸ ਕਵਰ ਕਰ ਲੈਂਦੇ ਆ, ਓਵਰਕਮ ਚੈਲੰਜਸ ਨੂੰ ਖਤਮ ਕਰ ਲੈਂਦੇ ਆ, ਔਰ ਮੇਕ ਅ ਪੋਜ਼ਿਟਿਵ ਇੰਪੈਕਟ ਔਨ ਅਦਰਸ. Personal achievements, acts of kindness, and displaying integrity can all contribute to a sense of pride and fulfillment.